ਖਾਸ ਮਹਿਮਾਨ ਨੇ ਸਾਡੇ ਨਾਲ ਬੀਜੇਪੀ ਤੋਂ ਅਨਿਲ ਸਰੀਨ। ਬਹੁਤ ਬਹੁਤ ਸਵਾਗਤ ਹੈ ਸਰੀਨ ਸਾਹਿਬ ਤੁਹਾਡਾ। ਸਭ ਤੋਂ ਪਹਿਲਾਂ ਕੀ ਕਹੋਗੇ ਜੀ ਅੱਜ ਦੀ ਕਚਹਿਰੀ ਨੂੰ ਕਿਵੇਂ ਵੇਖ ਰਹੇ ਹੋ ਜੋ ਕਿਸਾਨਾਂ ਦੇ ਵੱਲੋਂ, ਕਿਉਂਕਿ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੀਆਂ ਪਹੁੰਚੀਆਂ ਹੋਈਆਂ ਨੇ ਔਰ ਆਪਣੀਆਂ ਵਿਚਾਰਾਂ ਜਿਹੜੀਆਂ ਨੇ ਸਾਹਮਣੇ ਰੱਖ ਰਹੀਆਂ ਨੇ। ਗੁਰਜੋਤ ਜੀ, ਇਹ ਤੇ ਫਿਕਸਡ ਮੈਚ ਹੈਗਾ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ, ਜਿਹੜੀ ਗੱਲ ਅਸੀਂ ਇੰਨੇ ਸਮੇਂ ਤੋਂ ਕਹਿੰਦੇ ਆ ਰਹੇ ਸੀਗੇ ਕਿ ਪੂਰੇ ਦਾ ਪੂਰਾ ਅੰਦੋਲਨ ਰਾਜਨੀਤੀ ਤੋਂ ਪ੍ਰੇਰਿਤ ਹੈ, ਅੱਜ ਸਾਡੀ ਗੱਲ ਉਹ ਸੱਚ ਸਾਬਤ ਹੋ ਗਈ ਹੈ। ਚੁਣਾਵ ਦਾ ਵਰਾ ਹੋਵੇ ਔਰ ਰਾਜਨੀਤਿਕ ਪਾਰਟੀਆਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਚੁਣਾਵ ਪ੍ਰਚਾਰ ਨਾ ਕਰੋ, ਸਾਡੇ ਅੰਦੋਲਨ ਨੂੰ ਸੱਟ ਵੱਜੇਗੀ ਜੀ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਪੱਲੇ ਕੀ ਹੈਗਾ। ਔਰ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀਗੇ ਕਿ ਜਿੰਨੀ ਵੀ ਭੀੜ ਉੱਥੇ ਇਕੱਠੀ ਹੋਈ ਹੈ, ਔਰ ਅਸੀਂ ਨਹੀਂ ਕਹਿ ਰਹੇ ਸੀ, ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਨੇ ਵੀ ਕਿਹਾ, ਜਾਖੜ ਸਾਹਿਬ ਨੇ ਔਨ ਰਿਕਾਰਡ ਕਿਹਾ, ਮੰਚ ਤੋਂ ਕਿਹਾ, ਰੈਲੀ 'ਚ ਕਿਹਾ, ਤੁਹਾਡੇ ਚੈਨਲ ਨੇ ਵੀ ਬ੍ਰੌਡਕਾਸਟ ਕੀਤਾ ਕਿ ਅਸੀਂ ਆਪਣੇ ਵਰਕਰਸ ਨੂੰ ਕਿਸਾਨੀ ਝੰਡੇ ਥੱਲੇ ਭੇਜਿਆ। ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਕਿ ਅਸੀਂ ਕਿਸਾਨੀ ਝੰਡੇ ਥੱਲੇ ਆਪਣੇ ਵਰਕਰਸ ਨੂੰ ਭੇਜਿਆ ਜੀ। ਆਪ ਨੇ ਕਿਹਾ ਕਿ ਕਿਸਾਨੀ ਝੰਡੇ ਥੱਲੇ ਅਸੀਂ ਆਪਣੇ ਵਰਕਰਸ ਨੂੰ ਭੇਜਿਆ। ਹੁਣ ਪ੍ਰੋਬਲਮ ਇੱਥੇ ਆ ਗਈ ਹੈ ਕਿ ਚੁਣਾਵੀ ਵਿਰਾ ਹੈਗਾ ਜੀ, ਸਾਰੀਆਂ ਪਾਰਟੀਆਂ ਨੇ ਲੋਕਾਂ ਤੱਕ ਜਾਣਾ ਹੈਗਾ। ਨਹੀਂ ਮਸਲਾ ਸਰੀਨ ਸਾਹਿਬ, ਅਗਰ ਗੱਲ ਕਰੀਏ ਤਾਂ ਅੱਜ ਜਦੋਂ ਹੁਣ ਬਿਆਨ ਦੇ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਮੀਟਿੰਗ ਕੀਤੀ, ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਲੋੜ ਹੈ ਤਾਂ ਅਸੀਂ ਆਪਣੇ ਵਰਕਰ ਭੇਜਦੇ ਹਾਂ ਤੁਹਾਡੇ ਕੋਲ। ਮਤਲਬ ਉਹਨਾਂ ਨੇ ਸੁਝਾਅ ਦਿੱਤੇ ਨੇ ਕਿਸਾਨਾਂ ਨੂੰ। ਸ਼ੁਰੂਆਤ 'ਚ ਆਪਾਂ ਥੋੜਾ ਜਿਹਾ ਜਾਈਏ, ਅਗਰ ਇਸ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਵੀ ਯਾਦ ਹੋਏਗਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਮਨਾ ਕਰ ਦਿੱਤਾ ਸੀ ਕਿ ਕੋਈ ਵੀ ਸਾਡੇ ਧਰਨੇ ਦੇ ਵਿੱਚ ਨਹੀਂ ਆਏਗਾ, ਨਾ ਹੀ ਉਹ ਬੈਠੇਗਾ ਸਾਡੇ ਨਾਲ। ਜੇਕਰ ਕੋਈ ਆਏਗਾ ਆਪਣੇ ਨੁਕਸਾਨ ਦਾ ਖੁਦ ਜ਼ਿੰਮੇਦਾਰ ਹੋਏਗਾ। ਤੇ ਹੁਣ ਤੱਕ ਮੰਨ ਸਕਦੇ ਹਾਂ ਕਿ ਕਿਸਾਨ ਉਸੇ ਬਿਆਨ ਤੇ ਅੜੇ ਹੋਏ ਨੇ। ਹਾਲਾਂਕਿ ਕਈਆਂ ਨੇ ਜਾਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਦਾ ਵੀ ਉੱਥੋਂ ਕਿਹਾ ਗਿਆ ਕਿ ਨਹੀਂ, ਤੁਸੀਂ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਇੱਥੋਂ ਚਲੇ ਜਾਓ। ਮਤਲਬ ਕਿਸਾਨਾਂ ਦਾ ਸ਼ਾਇਦ ਉਹਨਾਂ ਨੂੰ ਇਸੇ ਗੱਲ ਦਾ ਡਰ ਸੀਗਾ ਕਿ ਸਾਨੂੰ ਕੋਈ ਇਹ ਨਾ ਕਹਿ ਦੇਵੇ ਕਿ ਅਸੀਂ ਰਲੇ ਹੋਏ ਹਾਂ। ਤੇ ਅੱਜ ਕਚਹਿਰੀ ਵੀ ਤਾਈਓ ਬੈਠੀ ਹੈਗੀ ਹੈ, ਤੁਹਾਨੂੰ ਨਹੀਂ ਲੱਗਦਾ? ਨਹੀਂ ਗੁਰਜੋਤ ਜੀ, ਇਹ ਤਾਂ ਡਰਾਮੇਬਾਜ਼ੀ ਸੀਗੀ। ਵਰਕਰ ਸਾਰੇ ਆ ਜਾਣ, ਲੀਡਰ ਨਾ ਆਣ, ਕਿਆ ਮਜ਼ਾਕ ਹੈ? ਵਰਕਰ ਤੇ ਸਾਰੇ ਭੇਜੋ ਜੀ, ਲੇਕਿਨ ਲੀਡਰ ਕੋਈ ਨਾ ਆਵੇ, ਕਿਉਂਕਿ ਇਹ ਲੱਗੇ ਨਾਨ ਪੋਲੀਟੀਕਲ। ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ ਸੀ ਨਾ ਕਿ ਸਾਡੇ ਨਾਨ ਪੋਲੀਟੀਕਲ ਹੈਗਾ। ਇਹ 100%। ਮੈਨੂੰ ਇੱਕ ਚੀਜ਼ ਦੱਸੋ, ਪੰਜਾਬ ਦੇ ਪਹਿਲਾਂ 22 ਜ਼ਿਲ੍ਹੇ ਸੀ, ਹੁਣ ਚਲੋ 23 ਜ਼ਿਲ੍ਹੇ ਹੋ ਗਏ। 23 ਜ਼ਿਲ੍ਹੇ, 32 ਜਥੇਬੰਦੀਆਂ, ਤੇ ਇਹਨਾਂ ਦਾ ਵਜੂਦ ਕਿੰਨਾ ਕੁ ਹੋਏਗਾ ਆਪਾਂ ਸਾਰੇ ਅੰਦਾਜ਼ਾ ਲਗਾ ਸਕਦੇ ਹਾਂ। ਜੇ ਇਹਨਾਂ ਦਾ ਆਪਣਾ ਵਜੂਦ ਇੰਨਾ ਸਟਰੋਂਗ ਹੈ ਤੇ ਪੋਲੀਟੀਕਲ ਪਾਰਟੀਆਂ ਨੂੰ ਕਿਉਂ ਕਹਿ ਰਹੇ ਆਪਣੀ ਰੈਲੀਆਂ ਨਾ ਕਰੋ? ਜੇ ਤੁਸੀਂ ਰੈਲੀਆਂ ਕਰੋਗੇ ਤੁਹਾਡੇ ਵਰਕਰ ਆ ਜਾਣਗੇ, ਤੁਹਾਡੀਆਂ ਰੈਲੀਆਂ 'ਚ ਆਣਗੇ ਤੇ ਸਾਡੇ ਅੰਦੋਲਨ ਨੂੰ ਢਾਹ ਲੱਗੇਗੀ। ਜਿਹੜੀ ਚੀਜ਼ ਅਸੀਂ ਕਹਿ ਰਹੇ ਸੀ ਇੰਨੇ ਚਿਰ ਤੋਂ ਕਿ ਇਸ ਕਿਸਾਨੀ ਅੰਦੋਲਨ ਦੇ ਵਿੱਚ ਪੂਰਾ ਰਾਜਨੀਤੀ ਤੋਂ ਪ੍ਰੇਰਿਤ ਹੈ, ਇੱਥੇ ਰਾਜਨੀਤਿਕ ਪਾਰਟੀਆਂ ਦੇ ਕਾਰਜਕਰਤਾ ਜਿਹੜੇ ਹੈਗੇ ਨੇ ਭੇਜੇ ਹੋਏ ਨੇ ਜੀ। ਔਰ ਅੱਜ ਉਹੀ ਗੱਲ, ਸਾਡੀ ਗੱਲ ਤੇ ਬਿਲਕੁਲ ਵਿੰਡੀਕੇਟ ਹੋਈ ਹੈ। ਅੱਜ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਜੇ ਰਾਜਨੀਤਿਕ ਪਾਰਟੀਆਂ ਆਪਣਾ ਰਾਜਨੀਤਿਕ ਕਾਰਜਕ੍ਰਮ ਕਰਨਗੀਆਂ ਚੁਣਾਵ ਨੂੰ ਲੈ ਕੇ, ਉਹਨਾਂ ਦੇ ਵਰਕਰ ਉਹਦੇ 'ਚ ਪਾਰਟਿਸਿਪੇਟ ਕਰਨਗੇ ਤੇ ਸਾਡੇ ਅੰਦੋਲਨ ਨੂੰ ਢਾਹ ਲੱਗੇਗੀ। ਅੰਡਰਸਟੂਡ ਹੋ ਗਿਆ ਕਿ ਜੋ ਅਸੀਂ ਕਹਿ ਰਹੇ ਸੀ ਉਹ ਬਿਲਕੁਲ ਸੱਚ ਸਾਬਤ ਹੋ ਗਿਆ। ਦੂਜਾ ਪੱਖ ਵੀ ਹੈ ਸਰੀਨ ਸਾਹਿਬ, ਜੇਕਰ ਇੱਥੇ ਗੱਲ ਕਰੀਏ ਤਾਂ ਹੁਣ ਵੀ ਸਵਾਲ ਪੁੱਛਿਆ ਗਿਆ ਸੀ ਤੇ ਬੀਜੇਪੀ ਦੇ ਪੈਨਲ ਦੀ ਗੱਲ ਜਦੋਂ ਤੁਰੀ ਹੈ ਤਾਂ ਉਹਨਾਂ ਨੇ ਕਿਹਾ, ਕਿਸਾਨ ਆਗੂਆਂ ਨੇ, ਕਿ ਬੀਜੇਪੀ ਦਾ ਅਸੀਂ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਹੋਇਆ, ਨਹੀਂ ਤਾਂ ਸ਼ਾਇਦ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਜੇ ਉਹ ਗੱਲਬਾਤ ਉਸ ਲਹਿਜ਼ੇ ਦੇ ਨਾਲ ਕਰਦੀ, ਕਿਉਂਕਿ ਸਿਰਫ ਪੰਜਾਬ ਪੱਧਰੀ ਗੱਲ ਹੋ ਰਹੀ ਹੈ। ਹਾਲਾਂਕਿ ਸੁਝਾਏ ਵੀ ਗਏ ਨੇ ਕਿ ਨੈਸ਼ਨਲ ਪੱਧਰ ਤੇ ਹੀ ਸਾਰਾ ਇਹ ਮੋਰਚਾ ਜਿੱਦਾਂ ਬੈਠਿਆ ਹੋਇਆ ਉਹ ਬੈਠਣਾ ਚਾਹੀਦਾ। ਤੁਹਾਨੂੰ ਇੱਥੇ ਕੀ ਲੱਗਦਾ ਕਿ ਦੂਸਰੇ ਪੱਖ ਦੀ ਜੇਕਰ ਗੱਲ ਕਰੀਏ ਤਾਂ ਹੁਣ ਇਲੈਕਸ਼ਨ ਦਾ ਸਮਾਂ ਹੈਗਾ ਕਿ ਦਬਾਅ ਕਿਸ ਤਰ੍ਹਾਂ ਦੇ ਨਾਲ ਕੇਂਦਰ ਸਰਕਾਰ ਤੇ ਬਣਾਇਆ ਜਾਵੇ ਪੰਜਾਬ ਦੇ ਵਿੱਚ, ਕਿਉਂਕਿ ਬੀਜੇਪੀ ਦਾ ਵੀ ਕਹਿਣਾ ਸੀ 117 ਦੀਆਂ 117 ਸੀਟਾਂ ਤੇ ਲੜਨਾ ਹੈ। ਸੋ ਸ਼ਾਇਦ ਉਸ ਤਰੀਕੇ ਦੇ ਨਾਲ ਇਹ ਸਾਰੇ ਇਕੱਠੇ ਹੋ ਰਹੇ ਨੇ। ਬੇਸ਼ੱਕ ਤੁਸੀਂ ਕਹਿ ਰਹੇ ਹੋ, ਤੁਹਾਡਾ ਪੱਖ ਵੀ ਸੁਣ ਲੈਂਦੇ ਆ। ਗੁਰਜੋਤ ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਇਹਨਾਂ ਨੂੰ, ਇਹ ਸਾਰੀਆਂ ਪਾਰਟੀਆਂ ਨੂੰ ਬੀਜੇਪੀ ਤੋਂ ਡਰ ਲੱਗਦਾ ਪਿਆ ਕਿ ਜੇ ਬੀਜੇਪੀ ਨੇ ਜਾ ਕੇ ਕਿਸਾਨਾਂ ਨੂੰ, ਲੋਕਾਂ ਨੂੰ ਆਪਣੀਆਂ ਨੀਤੀਆਂ ਸਮਝਾ ਦਿੱਤੀਆਂ ਤੇ ਸਾਡੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ ਜੀ। ਭਾਰਤੀ ਜਨਤਾ ਪਾਰਟੀ ਇੱਕਮਾਤਰ ਐਸੀ ਪਾਰਟੀ ਹੈ, ਐਨਡੀਏ ਗਵਰਨਮੈਂਟ ਮੋਦੀ ਜੀ ਦੀ ਇੱਕ ਐਸੀ ਗਵਰਨਮੈਂਟ ਹੈਗੀ ਹੈ ਜਿਹੜੀ ਪੂਰਨ ਰੂਪ ਚ ਕਿਸਾਨ ਹਿਤੈਸ਼ੀ ਹੈ। ਜਿੰਨੇ ਕਿਸਾਨਾਂ ਨੂੰ ਵੈਲਫੇਅਰ ਦੇ ਕੰਮ, ਚਾਹੇ ਉਹ 6000 ਰੁਪਇਆ ਉਹਨਾਂ ਦੇ ਅਕਾਊਂਟ ਚ ਪਾਣਾ ਹੋਵੇ, ਚਾਹੇ ਕਿਸਾਨਾਂ ਨੂੰ ਸਿੱਧੀ ਫਸਲ ਦੀ ਅਦਾਇਗੀ ਦਾ ਮਾਮਲਾ ਹੋਵੇ, ਚਾਹੇ ਐਮਐਸਪੀ ਦਾ ਮਾਮਲਾ ਹੋਵੇ, ਚਾਹੇ ਡੀਏਪੀ ਜਦੋਂ ਹੁਣ ਰੇਟ ਵਧੇ ਤੇ ਪੂਰੀ ਸਬਸਿਡੀ ਦੇ ਕੇ ਆਪਣੇ ਉੱਤੇ ਸਾਰਾ ਭਾਰ ਪਾ ਲਿਆ ਔਰ ਕਿਸਾਨ ਨੂੰ ਉਸੇ ਮੁਲਕ ਉੱਤੇ ਡੀਏਪੀ ਦਿੱਤੀ, ਚਾਹੇ ਯੂਰੀਆ। ਅੱਜ ਤੋਂ ਐਨਡੀਏ ਦੀ ਸਰਕਾਰ, ਮੋਦੀ ਸਰਕਾਰ ਆਉਣ ਤੋਂ ਪਹਿਲਾਂ ਯੂਰੀਆ ਦੇ ਉੱਤੇ ਤੁਸੀਂ ਵੀ ਦੇਖਿਆ ਇੰਨੇ ਲੰਬੇ ਸਮੇਂ ਤੋਂ ਤੁਸੀਂ ਕਰ ਰਹੇ ਹੋ, ਹਰ ਵਾਰੀ ਲਾਠੀਚਾਰਜ ਹੁੰਦੇ ਸਨ ਕਿਸਾਨਾਂ ਤੇ। ਇੱਕ ਵੀ ਥਾਂ ਦੇ ਉੱਤੇ ਕਮੀ ਆਈ ਯੂਰੀਆ ਦੀ ਜਾਂ ਲਾਠੀਚਾਰਜ ਹੋਇਆ? ਇਹ ਸਾਰੀ ਸੋਇਲ ਹੈਲਥ ਕਾਰਡ, ਫਸਲ ਬੀਮਾ
ਪੰਜ ਸਰਕਾਰ ਤੁਹਾਨੂੰ ਕਿਉਂ ਲੱਗਦਾ ਕਿੱਥੇ ਪਿੱਛੇ ਰਹਿ ਗਈ ਹੈ? ਹਾਂਜੀ, ਨਹੀਂ ਅਸੀਂ ਪਿੱਛੇ ਨਹੀਂ ਰਹੇ। ਇੱਥੇ ਇਹਨਾਂ ਦਾ ਇਹ ਹੋ ਗਿਆ ਕਿ ਅਸੀਂ ਇੰਨੇ ਸਾਲਾਂ ਤੋਂ ਇਹ ਜਿਹੜੀਆਂ ਪਾਰਟੀਆਂ ਸੀਗੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਕਿਸਾਨਾਂ ਦੇ ਉੱਤੇ ਰਾਜਨੀਤੀ ਕਰਦੀਆਂ ਪਈਆਂ ਸੀਗੀਆਂ। ਔਰ ਦੇਖੋ ਆਪਾਂ ਕਿਸਾਨ ਤੋਂ ਪੰਜਾਬ ਦਾ ਕਿਸਾਨ ਤੋਂ ਸਮਰਿੱਧ ਕਿਸਾਨ ਕੋਈ ਨਹੀਂ ਗਿਣਿਆ ਜਾਂਦਾ ਕਿ ਕ੍ਰਿਸ਼ੀ ਪ੍ਰਧਾਨ ਪ੍ਰਦੇਸ਼ ਗਿਣਿਆ ਜਾਂਦਾ। ਫਿਰ ਇੱਥੇ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਿਉਂ ਹੁੰਦੀਆਂ ਨੇ? ਇੱਥੇ ਸਭ ਤੋਂ ਜ਼ਿਆਦਾ ਕਰਜ਼ਾ ਕਿਉਂ ਹੈ? ਇਸ ਕਰਕੇ ਕਿ ਲੋਕਲ ਸਰਕਾਰਾਂ ਦੀਆਂ ਨੀਤੀਆਂ ਠੀਕ ਨਹੀਂ ਸੀਗੀਆਂ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ। ਅਸੀਂ ਸਾਰਿਆਂ ਨੇ ਦੇਖਿਆ ਕਿ ਗੰਨੇ ਨੂੰ ਲੈ ਕੇ ਹੁਣ ਪਿੱਛੇ ਜੇ ਇੱਕ ਰੇੜਕਾ ਜਿਹਾ ਪਾਇਆ ਇਹਨਾਂ ਨੇ ਜੀ। ਪਿਛਲੇ 4 ਸਾਲ ਤੋਂ 310 ਰੁਪਏ ਪੰਜਾਬ ਸਰਕਾਰ ਗੰਨੇ ਦਾ ਮੁੱਲ ਦੇ ਰਹੀ ਸੀ ਔਰ ਨਾਲ ਦੀ ਹਰਿਆਣੇ ਦੀ ਸਰਕਾਰ 350 ਰੁਪਏ ਦੇ ਰਹੀ ਸੀ। ਮੈਨੂੰ ਦੱਸੋ 4 ਸਾਲਾਂ 'ਚ ਇਹਨਾਂ ਕਿਸਾਨ ਜਥੇਬੰਦੀਆਂ ਨੇ ਇੱਕ ਵੀ ਐਜੀਟੇਸ਼ਨ ਕੀਤੀ ਕਿ ਸਾਡਾ ਮੁੱਲ ਵਧਾਓ? ਹੁਣ ਜਦੋਂ ਕੀ ਕੀਤਾ, ਜਦੋਂ ਦੇਖਿਆ ਕਿ ਅਸੀਂ ਹੁਣ ਪੋਲੀਟੀਕਲ ਮਾਈਲੇਜ ਲੈਣੀ ਹੈ, ਕਾਂਗਰਸ ਨੇ ਫਿਕਸਡ ਮੈਚ ਕਰ ਲਿਆ ਕਿ ਤੁਸੀਂ ਲਾਓ ਜੀ ਧਰਨਾ। ਪਹਿਲਾਂ ਅਸੀਂ ਲਾਵਾਂਗੇ 310 ਤੋਂ 325 ਕਰਾਂਗੇ। 325 ਤੋਂ ਜਦੋਂ ਆਪਸ ਚ ਬੈਠੇ 360 ਕਰ ਦਿੱਤਾ। ਮੇਰਾ ਕਿਸਾਨ ਜਥੇਬੰਦੀਆਂ ਦਾ ਸਿੱਧਾ ਆਰੋਪ ਹੈ, ਜੇ ਇਹਨਾਂ ਨੇ ਉਸ ਵੇਲੇ ਤੁਹਾਨੂੰ ਯਾਦ ਹੋਏਗਾ ਤੁਹਾਡੇ ਚੈਨਲ ਨੇ ਵੀ ਬ੍ਰੌਡਕਾਸਟ ਕੀਤਾ, ਮੀਟਿੰਗ ਤੇ ਜਾਣ ਤੋਂ ਪਹਿਲਾਂ ਇਹਨਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਸਾਡੀ ਲਾਗਤ 470 ਰੁਪਏ ਪੈਂਦੀ ਹੈ ਜੀ। ਜੇ ਲਾਗਤ 470 ਰੁਪਏ ਪੈਂਦੀ ਹੈ ਤੇ 360 ਤੇ ਸਮਝੌਤਾ ਕਿਸ ਗੱਲ ਦਾ ਕੀਤਾ ਇਹਨਾਂ ਨੇ? ਕਿਸਾਨਾਂ ਨਾਲ ਦਗਾ ਕੀਤੀ ਇਹਨਾਂ ਨੇ? ਕਿਸਾਨਾਂ ਦੇ ਪਿੱਛੇ ਚ ਛੁਰਾ ਖੋਪਿਆ ਇਹਨਾਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ। ਸਵਾਲ ਇਹ ਹੈ ਨਾ, ਕਿਸਾਨ ਖੁਸ਼ ਹੋ ਕੇ ਆਏ। ਸਵਾਲ ਸਰੀਨ ਸਾਹਿਬ, ਸਵਾਲ ਇਹ ਮੈਂ ਥੋੜਾ ਜਿਹਾ ਇਸ ਮੁੱਦੇ ਤੇ ਅੱਜ ਤੇ ਆਉਣਾ ਚਾਹੁੰਦੀ ਹਾਂ। ਖੁਸ਼ ਤੇ ਆਪੇ ਹੋਣਾ ਆਇਆ। ਫਿਕਸਡ ਮੈਚ ਸੀਗਾ ਜੀ। ਲੱਡੂ ਲੈ ਕੇ ਗਏ ਸੀ, ਲੱਡੂ ਖਵਾ ਕੇ ਆਏ ਨੇ, ਲੱਡੂ ਖਾ ਕੇ ਆਏ ਨੇ। ਇਹ ਤੇ ਫਿਕਸਡ ਮੈਚ ਸੀਗਾ। ਅੱਛਾ, ਇਟ ਇਜ਼ ਅ ਪੋਲਿਟਿਕਲੀ ਫਿਕਸਡ ਮੈਚ ਬਿਟਵੀਨ ਦ ਕਿਸਾਨ ਜਥੇਬੰਦੀਆਂ ਐਂਡ ਦ ਕਾਂਗਰਸ। ਮੈਨੂੰ ਇੱਕ ਚੀਜ਼ ਦੱਸੋ, ਹਰਿਆਣੇ 'ਚ 10 ਫਸਲਾਂ ਐਮਐਸਪੀ ਤੇ ਚੱਕੀਆਂ ਜਾਂਦੀਆਂ ਨੇ, ਪੰਜਾਬ 'ਚ ਸਿਰਫ 2 ਕਿਉਂ ਚੱਕੀਆਂ ਜਾਂਦੀਆਂ? ਉਹ 2 ਜਿਹੜੀ ਸੈਂਟਰ ਚੱਕਦਾ ਜਾਂ ਤੀਸਰੀ ਜਿਹੜੀ ਕਪਾਹ ਦੀ ਫਸਲ ਸੈਂਟਰ ਚੱਕਦਾ। ਪੰਜਾਬ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਹੁਣ ਤੱਕ, ਇੱਕ ਵੀ ਫਸਲ ਜਿਹੜੀ ਹੈਗੀ ਆ ਇਹਨਾਂ ਨੇ ਐਮਐਸਪੀ ਤੇ ਨਹੀਂ ਚੱਕੀ, ਤੇ ਹਰਿਆਣਾ 10 ਫਸਲਾਂ ਜੇ ਚੱਕ ਸਕਦਾ ਤੇ ਪੰਜਾਬ ਮੈਂ ਇੱਕ ਉਦਾਹਰਨ ਦਊਂਗੀ ਤੁਹਾਨੂੰ। ਕਹਿੰਦੇ ਨੇ ਪੰਜਾਬੀ 'ਚ ਬਹੁਤ ਸੋਹਣੀ ਉਦਾਹਰਨ ਹੈ, ਹਸਾਏ ਦਾ ਨਾਂ ਨਹੀਂ ਹੁੰਦਾ ਰਵਾਏ ਦਾ ਹੋ ਜਾਂਦਾ। ਤੁਹਾਨੂੰ ਲੱਗਦਾ ਹੈ ਕਿ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਸਿਰਫ ਇੱਕ ਖੇਤੀ ਕਾਨੂੰਨ ਨੇ ਜਿਹੜਾ ਜਿੱਥੇ ਕਿ ਕੁੰਡੀ ਫਸੀ ਹੋਈ ਹੈ, ਇਸ ਨੂੰ ਕਿਸ ਤਰ੍ਹਾਂ ਦੇ ਨਾਲ ਸਰਕਾਰ ਅੱਗੇ ਸੋਚੀ? ਯਾਨੀ ਕਿ ਮੈਂ ਸਿੱਧਾ ਸਵਾਲ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਕਰੂੰਗੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਅਨਿਲ ਜੋਸ਼ੀ ਹੋਰੀ ਗਏ, ਸਭ ਨੇ ਸਵਾਲ ਚੁੱਕੇ, ਜਿਆਣੀ ਸਾਹਿਬ ਵੀ ਪਹਿਲਾਂ ਸਵਾਲ ਚੁੱਕ ਰਹੇ ਸੀ, ਪਰ ਬਾਅਦ ਦੇ ਵਿੱਚ ਹੁਣ ਖੈਰ ਉਹਨਾਂ ਦਾ ਵੀ ਕਹਿਣਾ ਕਿ ਚੰਗੇ ਨੇ ਕਾਨੂੰਨ। ਹੁਣ ਸਿਆਸੀ ਪਾਰਟੀਆਂ ਕੀ ਸੋਚ ਰਹੀਆਂ 2022 ਨੂੰ ਲੈ ਕੇ, ਕਿਸ ਤਰ੍ਹਾਂ ਦੇ ਨਾਲ ਵੇਖ ਰਹੀਆਂ ਨੇ? ਇੱਕਜੁੱਟ ਅੱਜ ਤੁਸੀਂ ਖੁਦ ਕਹਿ ਰਹੇ ਹੋ ਕਿ ਸਾਰੇ ਇਕੱਠੇ ਹੋ ਗਏ ਨੇ, ਕਿਸਾਨ ਵੀ, ਬਾਕੀ ਸਾਰੀਆਂ ਪਾਰਟੀਆਂ ਵੀ ਬੀਜੇਪੀ ਦੇ ਖਿਲਾਫ, ਪਰ ਤੁਸੀਂ ਹੁਣ ਕੀ ਅੱਗੇ ਰਣਨੀਤੀ ਹੈਗੀ ਹੈ? ਕਿਸ ਤਰ੍ਹਾਂ ਦੇ ਨਾਲ 2022 ਨੂੰ ਤੁਸੀਂ ਵੇਖ ਪਾ ਰਹੇ ਹੋ? ਨਵਜੋਤ ਜੀ, ਗੱਲ ਇਹੀ ਹੈਗੀ ਹੈ, ਇਹ ਸਾਰੇ ਇਕੱਠੇ ਹੋਏ ਨੇ ਬੀਜੇਪੀ ਦੇ ਡਰ ਤੋਂ ਕਿ ਬੀਜੇਪੀ ਨਾ ਕਿਤੇ ਪੰਜਾਬ 'ਚ ਆਪਣੇ ਪੈਰ ਫਸਾਰ ਲਵੇ, ਬੀਜੇਪੀ ਪਿੰਡਾਂ 'ਚ ਨਾ ਪਹੁੰਚ ਜਾਵੇ। ਅਸੀਂ ਸਾਡੀਆਂ ਸਾਰੀਆਂ ਜਿਹੜੀਆਂ ਅਸੀਂ ਵੋਟ ਬੈਂਕ ਦੀ ਰਾਜਨੀਤੀ ਕਰਦੇ ਸੀ ਕਿਸਾਨਾਂ ਦੇ ਸਿਰ ਦੇ ਉੱਤੇ, ਜਿੰਨਾ ਕੁਝ ਇਸ ਐਨਡੀਏ ਮੋਦੀ ਗਵਰਨਮੈਂਟ ਨੇ ਕਿਸਾਨਾਂ ਵਾਸਤੇ ਕੀਤਾ, ਜੇ ਉਹ ਲੋਕਾਂ ਦੀ ਸਮਝ ਆ ਗਿਆ ਤੇ ਇਹ ਸਾਰਿਆਂ ਦੇ ਸੁਪੜਾ ਸਾਫ਼ ਹੋ ਜਾਏਗਾ। ਇਹ ਸਾਰੀਆਂ ਪਾਰਟੀ ਕਿਉਂ ਬੀਜੇਪੀ ਨੂੰ ਰੋਕਣਾ ਚਾਹੁੰਦੀਆਂ ਨੇ? ਜਿੱਥੇ ਕ੍ਰਿਸ਼ੀ ਕਾਨੂੰਨਾਂ ਦੀ ਗੱਲ ਕੀਤੀ ਹੈ ਤੁਸੀਂ, ਕ੍ਰਿਸ਼ੀ ਕਾਨੂੰਨਾਂ ਅਸੀਂ ਕਹਿੰਦੇ ਆ ਅੱਛੇ ਨੇ, ਤਾਂ ਕੋਈ ਵੀ ਕਾਨੂੰਨ ਬਣਦਾ ਹੈ ਨਵਜੋਤ ਜੀ, ਉਹਦਾ ਪੱਖ ਔਰ ਉਹਦਾ ਕੁਝ ਲੋਕ ਉਹਦਾ ਸਹਿਮਤ ਹੁੰਦੇ, ਕੁਝ ਅਸਹਿਮਤ ਹੁੰਦੇ ਨੇ। ਇਹਦੇ ਇੱਕ ਨੈਚੁਰਲ ਲੋਕਤੰਤਰ ਦੀ ਪ੍ਰਕਿਰਿਆ ਹੈਗੀ ਹੈ ਔਰ ਸਾਡਾ ਸਾਰਿਆਂ ਦਾ ਸੰਵਿਧਾਨਿਕ ਅਧਿਕਾਰ ਹੈ ਕਿਸੇ ਚੀਜ਼ ਦਾ ਸਹਿਮਤ ਹੋਣਾ ਜਾਂ ਨਾ ਹੋਣਾ। ਮੈਨੂੰ ਇੱਕ ਚੀਜ਼ ਦੱਸੋ, ਜਦ ਸੁਪਰੀਮ ਕੋਰਟ ਨੇ ਉਸ ਨੂੰ ਰੋਕ ਲਗਾ ਦਿੱਤੀ, ਸਰਕਾਰ ਨੇ ਕਹਿਤਾ ਕਿ ਇਹ ਕਾਨੂੰਨ ਨੂੰ ਅਸੀਂ 11 ਰਾਊਂਡ ਦੀ ਮੀਟਿੰਗ ਦੇ ਬਾਅਦ ਕਿ ਅੱਜ ਚੱਕੋ ਜਿਹਾ ਕਾਨੂੰਨ ਅਸੀਂ ਕਰਤੇ ਪਾਸੇ ਜੀ। ਹੁਣ ਤੁਸੀਂ 5 ਮੈਂਬਰ ਤੁਸੀਂ ਭੇਜ ਦਿੰਦੇ, 5 ਮੈਂਬਰ ਸਰਕਾਰ ਦੇ ਭੇਜ ਦਿੰਦੇ ਆ, ਉਹ ਸਾਰੀ ਚੀਜ਼ ਨੂੰ ਦੁਬਾਰਾ ਰਿਵਿਊ ਕਰ ਲੈਂਦੇ, ਜੋ ਫੈਸਲਾ ਕਰੇਗੀ ਉਹ ਮੰਨਾਂਗੇ। ਤੁਸੀਂ ਮੰਨਦੇ ਹੋ ਕਿ ਕਿਸੇ ਚੀਜ਼ ਦਾ ਵੀ ਰੇੜਕਾ ਹੋਵੇ, ਉਹਦਾ ਹੱਲ ਤਾਂ ਇਹੀ ਹੁੰਦਾ ਨਾ ਕਿ ਲੋ ਜੀ ਆਪਾਂ ਪੁਰਾਣੀ ਗੱਲ ਛੱਡੋ ਯਾਰ, ਇਹਨੂੰ ਪਾਸੇ ਕਰੋ ਜੀ। ਤੁਸੀਂ 4 ਬੰਦੇ ਤੁਸੀਂ ਬੈਠੋ, 4 ਬੰਦੇ ਆਪਾਂ ਬੈਠੇ, ਆਪਾਂ ਮਸਲੇ ਦਾ ਹੱਲ ਕਰ ਲੈਂਦੇ ਆ, ਇਹ ਉੱਥੋਂ ਹੀ ਭੱਜੇ, ਕਿਉਂਕਿ ਇਹ ਸਮੱਸਿਆ ਦਾ ਹੱਲ ਚਾਹੁੰਦੇ ਹੀ ਨਹੀਂ। ਮੈਂ ਉਹੀ ਪੁੱਛਣਾ ਚਾਹੁੰਦੀ ਹਾਂ, ਸਿਆਣਪ ਸ਼ਾਇਦ ਇਸੇ ਚ ਹੀ ਹੈ, ਜਿਵੇਂ ਬਾਕੀ ਪਾਰਟੀਆਂ ਦੇ ਪੈਨਲ ਗਏ ਨੇ 4 ਬੰਦੇ, 5 ਜਿਹੜੇ ਜੇ ਉਹ ਬੀਜੇਪੀ ਦੇ ਬੇਸਿਕ ਸਮਾਜਿਕ ਬਾਈਕਾਟ ਕੀਤਾ ਹੋਇਆ, ਕੀ ਕੋਈ ਇਸ ਤਰ੍ਹਾਂ ਦੇ ਨਾਲ ਹੱਲ ਹੋ ਸਕਦਾ ਹੈ ਕਿ ਕੁਝ ਗੱਲਬਾਤ ਕਰਨ ਦਾ ਸੋਚਿਆ ਜਾ ਸਕੇ ਜਾਂ ਫਿਰ ਏਦਾਂ ਦਾ ਮਾਹੌਲ ਬਣੇ? ਕਿਉਂਕਿ ਜਿਵੇਂ ਕੱਲ ਜੇਪੀ ਦੇ ਨਾਲ ਵੀ ਕਹਿ ਰਹੇ ਸੀ ਕਿ ਸਾਡਾ ਵੀ ਮੂੰਹ ਮਿੱਠਾ ਕਰਾਓ ਆ ਕੇ ਜੇਕਰ ਗੰਨੇ ਦੇ ਰੇਟ ਅਸੀਂ ਵਧਾਏ ਨੇ। ਸੋ ਇੱਕ ਕਹਿੰਦੇ ਨੇ ਵਾਈਬਸ ਹੁੰਦੀਆਂ ਨੇ, ਪੋਜ਼ਿਟਿਵ ਵਾਈਬਸ ਦੇ ਨਾਲ ਕੋਈ ਕੰਮ ਹੋ ਸਕਦਾ, ਜਾਂ ਫਿਰ ਜਿਹੜਾ ਮਸਲਾ ਹੈ ਵੱਡਾ ਕਾਨੂੰਨ ਦਾ, ਉਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਕੀ ਸੋਚ ਰਹੀ ਹੈ ਕਿ 22 ਤੋਂ ਪਹਿਲਾਂ ਉਸ ਨੂੰ ਹੱਲ ਕਰਨਾ ਹੈ, ਜਾਂ ਕਿਸ ਤਰ੍ਹਾਂ ਦੇ ਨਾਲ ਵੇਖਿਆ ਜਾ ਰਿਹਾ ਹੈ? ਗੁਰਜੋਤ ਜੀ, ਅਸੀਂ ਤੇ ਚਾਹੁੰਦੇ ਆ ਕਿ ਅੱਜ ਹੀ ਮਸਲਾ ਹੱਲ ਹੋ ਜਾਏ। ਸਾਡੇ ਜਿਹੜੇ ਵੀਰ ਉੱਥੇ ਬੈਠੇ ਨੇ, ਦੇਖੋ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਐਫੀਲੀਏਟਡ ਹੋਣ, ਹੈਗੇ ਤਾਂ ਆਪਣੇ ਪੰਜਾਬ ਦੇ ਹੀ ਹੈ ਨਾ ਜੀ, ਸਾਡੇ ਭੈਣ ਭਰਾ ਨੇ ਸਾਰੇ, ਆਪਾਂ ਸਾਰੇ ਪੰਜਾਬ ਦੇ ਵਸਨੀਕ ਆ, ਸਾਰੇ ਭੈਣ ਭਰਾ ਨੇ,
ਇਹ ਠੀਕ ਹੈ, ਰਾਜਨੀਤਿਕ ਐਫੀਲੀਏਸ਼ਨਸ ਹੁੰਦੀਆਂ ਨੇ, ਆਪਾਂ ਉਹਦੇ ਅਲੱਗ-ਅਲੱਗ ਰਾਜਨੀਤਿਕ ਐਫੀਲੀਏਸ਼ਨ ਦੇ ਵਿੱਚ ਉਹਦੇ ਚ ਪਾਰਟੀਆਂ 'ਚ ਕੰਮ ਕਰਦੇ ਹੈਗੇ, ਲੇਕਿਨ ਹੈਗੇ ਤਾਂ ਆਪਾਂ ਸਾਰੇ ਪੰਜਾਬੀ ਹੈ ਨਾ। ਸਾਡੇ ਵੀਰ ਉੱਥੇ ਬੈਠੇ ਨੇ, ਚਾਹੇ ਕਿਸੇ ਵੀ ਪਾਰਟੀ ਦੇ ਲੋਕ ਉਹ ਬੈਠੇ ਹੋਣ, ਅਸੀਂ ਚਾਹੁੰਦੇ ਹਾਂ ਜਲਦ ਤੋਂ ਜਲਦ ਘਰ ਆਉਣ। ਔਰ ਮੇਰੀ ਕਿਸਾਨ ਜਥੇਬੰਦੀ ਲੀਡਰਾਂ ਨੂੰ ਮੇਰੀ ਬੇਨਤੀ ਹੈਗੀ ਹੈ ਜੀ, ਮਾਮਲਾ ਨਿਪਟੇਗਾ ਗੱਲਬਾਤ ਦੇ ਨਾਲ। ਜੇ ਤੁਸੀਂ ਯੈਸ ਨੋ ਦਾ ਬੋਰਡ ਲਾ ਕੇ ਹਰ ਵੇਲੇ ਮੀਟਿੰਗ 'ਚ ਬਹਿ ਜਾਓਗੇ ਕਿ ਜੀ ਯੈਸ ਨੋ ਕਰੋ, ਤੇ ਏਦਾਂ ਕੋਈ ਗੱਲ ਨਹੀਂ ਨਿਬੜਦੀ। ਮੇਰੀ ਹੁਣ ਵੀ ਤੁਹਾਡੇ ਮਾਧਿਅਮ ਦੇ ਨਾਲ ਵੀ ਖੁੱਲਾ ਨਿਮੰਤਰਣ ਹੈ, ਇਹ ਅੱਜ ਕਹਿ ਦੇਣ ਕੋਈ ਯੈਸ ਨੋ ਨਹੀਂ ਕਹੇ, ਆਪਾਂ ਖੁੱਲੇ ਮਨ ਨਾਲ ਗੱਲ ਕਰਨ ਨੂੰ ਤਿਆਰ ਆ, ਮੈਂ ਸਵੇਰੇ ਮੀਟਿੰਗ ਕਰਾ ਦੂੰ ਇਹਨਾਂ ਦੀ ਐਗਰੀਕਲਚਰ ਮਿਨਿਸਟਰ ਨਾਲ। ਸਰੀਨ ਸਾਹਿਬ ਇੱਕ ਚਰਚਾ ਕਰਾਂ ਮੈਂ ਤੁਹਾਡੇ ਨਾਲ, ਤੁਸੀਂ ਜਿਵੇਂ ਜਿਸ ਲਹਿਜੇ 'ਚ ਅੱਛੀ ਗੱਲ ਕਰ ਰਹੇ ਹੋ, ਬਹੁਤ ਵਧੀਆ ਸਕਾਰਾਤਮਕ ਲਹਿਜਾ ਹੈਗਾ, ਪਰ ਕੁਝ ਲੀਡਰ ਤੁਸੀਂ ਖੁਦ ਵੀ ਸੁਣਦੇ ਹੋਵੋਗੇ, ਵੇਖਦੇ ਹੋਵੋਗੇ ਕਿ ਕੁਝ ਅਜਿਹੇ ਬਿਆਨ ਦਿੰਦੇ ਨੇ ਜੋ ਸ਼ਾਇਦ ਜ਼ਿਆਦਾ ਚੁਭਦੇ ਨੇ ਕਿਸਾਨਾਂ ਨੂੰ, ਉਹ ਵੀ ਪਰੇਸ਼ਾਨੀ ਦਾ ਕਾਰਨ ਹੋ ਸਕਦੇ ਨੇ। ਯਾਨੀ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੇ ਸ਼ਾਇਦ ਇਸ ਵੇਲੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ। ਮੰਨਿਆ, ਜਿਵੇਂ ਤੁਸੀਂ ਬਾਰ-ਬਾਰ ਕਹਿ ਰਹੇ ਹੋ, ਬਹੁਤ ਸਾਰੇ ਕੰਮ ਕੀਤੇ ਨੇ ਕੇਂਦਰ ਸਰਕਾਰ ਨੇ, ਮਤਲਬ ਅਜਿਹਾ ਕੋਈ ਨਹੀਂ ਹੈ ਜੋ ਕਿਸਾਨਾਂ ਦੇ ਹੱਕ 'ਚ ਨਹੀਂ ਸੋਚਦੇ, ਪਰ ਸਿਰਫ ਇੱਕੋ ਇੱਕ ਇਹ ਮਸਲਾ ਹੈਗਾ ਵੱਡਾ। ਮੇਰਾ ਸਵਾਲ ਬਸ ਉਹੀ ਹੈ ਕਿ ਸਾਰੀਆਂ ਚੀਜ਼ਾਂ ਵੇਖਣ ਦੀ ਲੋੜ ਹੈਗੀ ਹੈ ਇਸ ਵੇਲੇ, ਖਾਸ ਤੌਰ ਤੇ ਜਦੋਂ ਹੁਣ 2022 ਦੇ ਵਿੱਚ ਵੀ ਤੁਸੀਂ ਪੰਜਾਬ 'ਚ ਆਉਣ ਦੀ ਸੋਚ ਰਹੇ ਹੋ ਔਰ ਸਾਰੀਆਂ ਸੀਟਾਂ ਤੇ ਲੜਨਾ ਹੈਗਾ। ਗੁਰਜੋਤ, ਮੇਰਾ ਤੇ ਖੁੱਲਾ ਨਿਮੰਤਰਣ ਹੈ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ, ਖੁੱਲਾ ਨਿਮੰਤਰਣ ਹੈ, ਤੁਸੀਂ ਅੱਗੇ ਵਧੋ, ਤੁਸੀਂ ਦੱਸੋ ਹੋਰ ਕੀ ਚਾਹੀਦਾ। ਕਿਸਾਨੀ ਦੇ ਹਿੱਤ ਨੂੰ ਸੋਚੋ, ਆਪਣੀ ਲੀਡਰੀ ਦੇ ਹਿੱਤ ਨੂੰ ਨਾ ਸੋਚੋ। ਆਪਣੀ ਲੀਡਰੀ ਚਮਕਾਉਣ ਦੇ ਚੱਕਰ ਦੇ ਵਿੱਚ ਕਿਸਾਨਾਂ ਨੂੰ ਨਾ ਮਾਰੋ। ਤੁਸੀਂ ਹੁਕਮ ਕਰੋ ਕੀ ਚਾਹੀਦਾ ਪੰਜਾਬ ਦੇ ਕਿਸਾਨ ਨੂੰ ਜਾਂ ਦੇਸ਼ ਦੇ ਕਿਸਾਨ ਨੂੰ। ਇਹ ਸਰਕਾਰ ਉਹ ਸਭ ਕੁਝ ਦੇਣ ਨੂੰ ਤਿਆਰ ਹੈ ਜੋ ਵਾਜਬ ਹੈਗਾ। ਕੇਂਦਰ ਦੀ ਸਰਕਾਰ, ਮੋਦੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ, ਕਿਸਾਨ ਹਿਤੈਸ਼ੀ ਸਰਕਾਰ ਹੈ, ਕਿਉਂਕਿ ਅਸੀਂ ਸਮਝਦੇ ਹੈਗੇ ਆ ਜੇ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੋਏਗਾ, ਦੇਸ਼ ਤਰੱਕੀ ਨਹੀਂ ਕਰ ਸਕਦਾ। ਅਸੀਂ ਕਿਸਾਨ ਜਥੇਬੰਦੀਆਂ ਨੂੰ, ਨੇਤਾਵਾਂ ਨੂੰ ਤੁਹਾਡੇ ਮਾਧਿਅਮ ਨਾਲ ਮੈਂ ਅਪੀਲ ਕਰਦਾ, ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਦੱਸੋ ਕਿਸਾਨਾਂ ਦੇ ਹਿੱਤ 'ਚ ਤੁਹਾਨੂੰ ਕੀ ਚਾਹੀਦਾ। ਆ ਯੈਸ ਨੋ ਦਾ ਰੇੜਕਾ ਛੱਡੋ, ਗੱਲਬਾਤ ਤੇ ਆਓ, ਔਰ ਜਿਹੜੀ ਚੀਜ਼ ਤੁਸੀਂ ਕਿਸਾਨ ਹਿੱਤ 'ਚ ਕਹਿੰਦੇ ਹੋ, ਜਿਹੜੀ ਵਾਜਬ ਹੋਏਗੀ, ਕੇਂਦਰ ਸਰਕਾਰ ਖੁੱਲੇ ਮਨ ਨਾਲ ਉਸ ਗੱਲ ਨੂੰ ਮੰਨਣ ਨੂੰ ਤਿਆਰ ਹੈ, ਉਸ ਨੂੰ ਪੂਰਾ ਕਰਨ ਵਾਸਤੇ ਤਿਆਰ ਹੈ, ਕਿਉਂਕਿ ਅਸੀਂ ਕਿਸਾਨਾਂ ਦਾ ਵੈਲਫੇਅਰ ਚਾਹੁੰਦੇ ਆ, ਕਿਸਾਨਾਂ ਦਾ ਭਲਾ ਚਾਹੁੰਦੇ ਆ। ਅਸੀਂ ਕੋਈ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੁੰਦੇ, ਅਸੀਂ ਕੋਈ ਇਹਦੇ 'ਚੋਂ ਕੁਝ ਖੱਟਣਾ ਨਹੀਂ ਚਾਹੁੰਦੇ, ਸਿਰਫ ਕਿਸਾਨ ਦਾ ਔਰ ਦੇਸ਼ ਦਾ ਭਲਾ ਚਾਹੁੰਦੇ ਆ। ਤੁਸੀਂ ਖੁੱਲੇ ਮਨ ਨਾਲ ਆਓ, ਜੋ ਕਹੋਗੇ, ਜੋ ਕਿਸਾਨ ਹਿੱਤ 'ਚ ਹੋਏਗਾ, ਉਹ ਕੇਂਦਰ ਸਰਕਾਰ 1 ਮਿੰਟ 'ਚ ਮੰਨੇਗੀ, 1 ਮਿੰਟ 'ਚ ਮੰਨੇਗੀ, ਦੂਜਾ ਮਿੰਟ ਨਹੀਂ ਲਾਏਗੀ। ਲੇਕਿਨ ਤੁਸੀਂ ਆਪਣੀ ਲੀਡਰੀ ਚਮਕਾਉਣ ਦੇ ਚੱਕਰ 'ਚ, ਯੈਸ ਨੋ ਦੇ ਚੱਕਰ ਦੇ ਵਿੱਚ ਜੇ ਏਦਾਂ ਹੀ ਬੈਠੇ ਰਹੋਗੇ ਤੇ ਇਹਦੇ ਨਾਲ ਕਿਸਾਨ ਦਾ ਵੀ ਨੁਕਸਾਨ ਹੋਏਗਾ, ਪੰਜਾਬ ਦਾ ਵੀ ਨੁਕਸਾਨ ਹੋਏਗਾ, ਦੇਸ਼ ਦਾ ਵੀ ਨੁਕਸਾਨ ਹੋਏਗਾ। ਬਿਲਕੁਲ, ਪਰ ਇਸ ਵੇਲੇ ਹਾਂ ਸਰੀਨ ਸਾਹਿਬ, ਇਸ ਵੇਲੇ ਕਾਫੀ ਇੱਕ ਵੱਡਾ ਨੁਕਸਾਨ ਕਹਿ ਸਕਦੇ ਆ ਬੀਜੇਪੀ ਦਾ ਹੁੰਦਾ ਨਜ਼ਰ ਆ ਰਿਹਾ, ਜਿਸ ਤਰ੍ਹਾਂ ਦੇ ਨਾਲ ਪ੍ਰਚਾਰ ਨੂੰ ਲੈ ਕੇ ਵੀ, ਕਿਉਂਕਿ ਅੱਜ ਲੱਗਦਾ ਹੈ ਕਿ ਜੋ ਵੀ ਸਹਿਮਤੀ ਬਣੇਗੀ, ਹੁਣ ਤੱਕ ਸੀਗਾ ਕਿ ਕੋਈ ਵੀ ਪਾਰਟੀ ਪ੍ਰਚਾਰ ਨਹੀਂ ਸੀ ਕਰ ਪਾ ਰਹੀ ਖੁੱਲੇ ਤੌਰ ਤੇ, ਸਭ ਦਾ ਵਿਰੋਧ ਹੋ ਰਿਹਾ ਸੀ। ਹੋ ਸਕਦਾ ਹੈ ਕਿ ਅੱਜ ਸਾਰੀਆਂ ਪਾਰਟੀਆਂ 'ਚ ਆਪਸੀ ਕਿਸਾਨਾਂ ਦੇ ਨਾਲ ਸਹਿਮਤੀ ਬਣ ਜਾਵੇ ਤੇ ਉਸ ਤੋਂ ਬਾਅਦ ਖੁੱਲੇ ਤੌਰ ਤੇ ਉਹ ਪ੍ਰਚਾਰ ਕਰ ਸਕਣ, ਜਾਂ ਫਿਰ ਸਿਸਟਮ ਬਣ ਜਾਵੇ, ਇੱਕ ਦਿਨ ਅਕਾਲੀ ਦਲ ਨੇ ਕਰਨਾ, ਇੱਕ ਦਿਨ ਕਾਂਗਰਸ ਤੇ ਇੱਕ ਦਿਨ ਆਪ, ਜੋ ਵੀ ਹੈ। ਸੋ ਉਸ ਮੁਤਾਬਿਕ ਗਜੇਂਦਰ ਸ਼ੇਖਾਵਤ ਹੋਰੀ ਲਗਾਏ ਗਏ ਨੇ, ਜ਼ਿੰਮੇਵਾਰੀ ਵੱਡੀ ਦਿੱਤੀ ਗਈ ਹੈ, ਹਰਦੀਪ ਪੁਰੀ ਲਗਾਏ ਗਏ ਨੇ ਖਾਸ ਤੌਰ ਤੇ ਚੋਣਾਂ ਦੇ ਲਈ। ਕੀ ਕੁਝ ਪਲੈਨਿੰਗ ਕੀਤੀ ਜਾ ਰਹੀ, ਕਿਸ ਤਰ੍ਹਾਂ ਦੇ ਨਾਲ ਰਣਨੀਤੀ ਬਣਾ ਰਹੇ ਨੇ, ਕੀ ਸੋਚਿਆ ਜਾ ਰਿਹਾ? ਕਿਉਂਕਿ ਸਭ ਤੋਂ ਵੱਡਾ ਸਵਾਲ ਹੋਰ ਕੋਈ ਨਹੀਂ ਹੈ ਇਸ ਵੇਲੇ, ਜੇਕਰ ਰੋੜਿਆਂ ਦੀ ਗੱਲ ਕੀਤੀ ਜਾਵੇ ਸੜਕ ਤੇ ਬੀਜੇਪੀ ਦੇ ਲਈ, ਸਭ ਤੋਂ ਵੱਡਾ ਖੇਤੀ ਕਾਨੂੰਨ ਹੈ। ਗੁਰਜੋਤ ਜੀ, ਬੜੀ ਹੈਰਾਨੀ ਦੀ ਗੱਲ ਹੈ। ਮੈਂ ਕਿਹੜੇ ਸ਼ਬਦਾਂ ਚੋਂ ਕਹਾਂ, ਕਿਉਂਕਿ ਕਈ ਵਾਰੀ ਸ਼ਬਦ ਜਿਹੜੇ ਹੈਗੇ ਨੇ ਫਿਰ ਬਹੁਤ ਦੂਰ ਤੱਕ ਚਲੇ ਜਾਂਦੇ ਨੇ ਜੀ। ਇਹ ਡਰਦੇ ਕਿਉਂ ਨੇ ਬੀਜੇਪੀ? ਜੇ ਬੀਜੇਪੀ ਪਿੰਡਾਂ 'ਚ ਜਾਏਗੀ ਤੇ ਡਰਦੇ ਕਿਉਂ ਨੇ? ਲੋਕਤੰਤਰ ਹੈ, ਤੁਸੀਂ ਆਪਣੀ ਗੱਲ ਕਹੋ, ਤੁਸੀਂ ਨਹੀਂ ਸਹਿਮਤ ਹੈਗੇ ਕਾਨੂੰਨਾਂ ਨਾਲ, ਤੁਸੀਂ ਆਪਣਾ ਪੱਖ ਰੱਖੋ। ਸਾਨੂੰ ਪੱਖ ਰੱਖਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ? ਮੇਰਾ ਸਿੱਧਾ ਪ੍ਰਸ਼ਨ ਹੈ। ਇਹ ਡਰ ਤੁਹਾਡੇ ਮਨ 'ਚ ਕਿਉਂ ਹੈ ਕਿ ਜੇ ਬੀਜੇਪੀ ਲੋਕਾਂ ਤੱਕ ਜਾਏਗੀ, ਲੋਕਾਂ ਨੂੰ ਕਿਸੇ ਕਾਨੂੰਨ ਸਮਝਾਏਗੀ ਤੇ ਅਸੀਂ ਉਹਨੂੰ ਕਿਉਂ ਰੋਕਦੇ ਹਾਂ? ਮੇਰੇ ਤਾਂ ਸਿੱਧਾ ਇਹਨਾਂ ਨੂੰ ਪ੍ਰਸ਼ਨ ਹੈ, ਕਿਸ ਕਰਕੇ ਰੋਕਦੇ ਹੋ? ਤੁਸੀਂ ਆਪਣੀ ਗੱਲ ਰੱਖੋ, ਅਸੀਂ ਆਪਣੀ ਗੱਲ ਰੱਖੀ। ਲੋਕਤੰਤਰ ਹੈ ਨਾ। ਤੁਸੀਂ ਤੇ ਕਹਿੰਦੇ ਬੀਜੇਪੀ ਵਾਲੀ ਗੱਲ ਨਾ ਕਰਨ, ਕਿਉਂ? ਕਿਉਂਕਿ ਜਦੋਂ ਸੱਚਾਈ ਸਾਹਮਣੇ ਆ ਜਾਏਗੀ, ਇਹਨਾਂ ਦੀ ਜਿੰਨੇ ਵੀ ਸਿਆਸੀ ਬੈਠੇ ਨੇ ਲੀਡਰ ਜਾਂ ਕਿਸਾਨ ਜਥੇਬੰਦੀ ਲੀਡਰ ਬੈਠੇ ਨੇ, ਇਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ। ਇਹ ਸਿਆਸੀ ਰੋਟੀਆਂ ਸੇਕ ਰਹੇ ਨੇ। ਇਹ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ, ਇਹ ਪੂਰਾ ਅੰਦੋਲਨ ਸਿਆਸਤ ਨਾਲ ਭਰਿਆ ਹੋਇਆ ਔਰ ਸਿਆਸੀ ਮੰਤਵ ਨਾਲ ਖੜਾ ਕੀਤਾ ਗਿਆ। ਜੇ ਬੀਜੇਪੀ ਪਿੰਡਾਂ 'ਚ ਚਲੇ ਗਈ, ਕਿਸਾਨਾਂ ਨੂੰ ਜਾ ਕੇ ਉਹਨਾਂ ਨੇ ਜੋ ਮੋਦੀ ਗਵਰਨਮੈਂਟ ਨੇ ਕਿਸਾਨਾਂ ਵਾਸਤੇ ਕੀਤਾ, ਜੇ ਉਹਨਾਂ ਦੀ ਸਮਝ ਆ ਗਿਆ ਤੇ ਇਹਨਾਂ ਨੂੰ ਪਾਣੀ ਲੱਭਣੀ। ਔਰ ਇਸੇ ਕਰਕੇ ਬੀਜੇਪੀ ਨੂੰ ਰੋਕਣ ਖੁੱਲਾ ਦੇਣ ਨਾ। ਤੁਸੀਂ ਵੀ ਆਪਣੇ ਕਰੋ, ਅਸੀਂ ਵੀ ਆਪਣਾ ਕਰੀਏ, ਸਾਨੂੰ ਦਿਓ ਨਾ। ਕਿਉਂ ਸਾਨੂੰ ਘਰਾਂ 'ਚ ਬੰਦ ਕਰਨਾ ਚਾਹੁੰਦੇ ਹੋ? ਸਾਰੀਆਂ ਪਤਾ ਹੈ ਸਰੀਨ ਸਾਹਿਬ, ਸਾਰੀਆਂ ਸਥਿਤੀਆਂ ਜੋ ਵੀ ਹੈ ਤੁਹਾਡੇ ਵੀ ਸਾਹਮਣੇ ਹੈ। ਬਹੁਤਾ ਅਸੀਂ ਚਰਚਾ ਜ਼ਿਆਦਾ ਇਸ ਦੀ ਨਾ ਕਰੀਏ ਕਿ ਸਥਿਤੀਆਂ ਕੀ ਨੇ। ਅਖੀਰਲਾ ਸਵਾਲ ਹੈ ਬਸ, ਹੁਣ ਅੱਗੇ ਬੀਜੇਪੀ ਦੇ ਵੱਲੋਂ ਕੀ ਕੁਝ ਸੋਚਿਆ ਜਾ ਰਿਹਾ ਹੈ? ਕੀ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਹੋਵੇਗੀ ਜਾਂ ਕਿਵੇਂ ਅੱਗੇ ਵੇਖਿਆ ਜਾ ਰਿਹਾ? ਕੁਝ ਸ਼ਬਦਾਂ ਦੇ ਵਿੱਚ ਜਵਾਬ, ਉਸ ਤੋਂ ਬਾਅਦ ਇਜਾਜ਼ਤ ਲਵਾਂਗੇ। ਗੁਰਜੋਤ ਜੀ, ਜਿਸ ਤੱਕ ਗੱਲਬਾਤ ਦਾ ਪ੍ਰਸ਼ਨ ਹੈ,
ਤੁਹਾਡੇ ਮਾਧਿਅਮ ਨਾਲ ਵੀ ਮੈਂ ਪਬਲਿਕਲੀ ਵੀ ਬੜੀ ਜ਼ਿੰਮੇਵਾਰੀ ਦੇ ਨਾਲ ਚੀਫ ਸਪੋਕਸਪਰਸਨ ਬੀਜੇਪੀ ਪੰਜਾਬ ਹੋਣ ਦੇ ਨਾਤੇ ਆਫੀਸ਼ੀਅਲੀ ਕਹਿਣਾ, ਕਿਸਾਨ ਵੀਰਾਂ ਨੂੰ ਯੈਸ ਨੋ ਛੱਡੋ, ਗੱਲਬਾਤ ਦੇ ਉੱਤੇ ਆਓ। ਤੁਹਾਨੂੰ ਜੋ ਚਾਹੀਦਾ ਪੰਜਾਬ ਦੇ ਹਿੱਤ ਵਾਸਤੇ, ਜੋ ਚਾਹੀਦਾ ਕਿਸਾਨਾਂ ਦੇ ਹਿੱਤ ਵਾਸਤੇ, ਕੇਂਦਰ ਸਰਕਾਰ ਉਹ ਕਰਨ ਨੂੰ ਤਿਆਰ ਹੈ। ਤੁਸੀਂ ਹੁਕਮ ਕਰੋ, ਕਿਸਾਨ ਦੇ ਹਿੱਤ ਆਪਾਂ ਸਾਰੇ ਚਾਹੁੰਦੇ ਆ, ਲੇਕਿਨ ਯੈਸ ਨੋ ਦੇ ਰਿੜਕੇ ਚੋਂ ਬਾਹਰ ਆਓ, ਗੱਲਬਾਤ ਦੀ ਟੇਬਲ ਤੇ ਬੈਠੋ, ਉਹਦੇ ਤੇ ਕੋਈ ਕੰਡੀਸ਼ਨਰ ਲਾ ਕੇ ਨਾ ਬੈਠੋ, ਆਪਣਾ ਮਾਈਂਡਸੈਟ ਬੰਦ ਕਰਕੇ ਨਾ ਬੈਠੋ ਕਿ ਅਸੀਂ ਸਿਰਫ ਕਾਨੂੰਨ ਵਾਪਸ ਕਰਾ ਕੇ ਹੀ ਆਣੇ ਆ। ਕਾਨੂੰਨ ਤਾਂ ਸਰਕਾਰ ਨੇ ਪਹਿਲੇ ਸੁਪਰੀਮ ਕੋਰਟ ਨੇ ਸਟੇ ਕੀਤਾ। ਦੂਸਰੀ ਚੀਜ਼, ਭਾਰਤੀ ਜਨਤਾ ਪਾਰਟੀ 117 ਦੀ 117 ਸੀਟਾਂ ਲੜੇਗੀ, ਜਿੱਤੇਗੀ ਔਰ ਅਗਲੀ ਸਰਕਾਰ ਬਣਾਏਗੀ। ਮੈਂ ਅੱਜ ਤੁਹਾਨੂੰ ਲਿਖ ਕੇ ਦੇ ਰਿਹਾ। ਠੀਕ ਹੈ, ਇਹ ਜਿੰਨਾ ਮਰਜ਼ੀ ਰੇੜਕਾ ਪਾ ਲੈਣ, ਜਿੰਨੇ ਮਰਜ਼ੀ ਔਕੜਾਂ ਖੜੀਆਂ ਕਰ ਲੈਣ, ਭਾਰਤੀ ਜਨਤਾ ਪਾਰਟੀ ਦਾ ਸੰਗਠਨ ਹਰ ਥਾਂ ਦੇ ਉੱਤੇ ਹਰ ਬੂਥ ਤੇ ਮੌਜੂਦ ਹੈ ਔਰ ਅਸੀਂ 117 ਦੀ 117 ਸੀਟਾਂ ਜਿੱਤਾਂਗੇ, ਲੜਾਂਗੇ, ਜਿੱਤਾਂਗੇ ਔਰ ਸਰਕਾਰ ਬਣਾਵਾਂਗੇ। ਇਹ ਮੇਰਾ ਸਿੱਧਾ ਇਹਨਾਂ ਨੂੰ ਮੈਸੇਜ ਹੈਗਾ। ਚਲੋ, ਉਮੀਦ ਹੈ ਬੈਟਰੀ ਹੋਵੇ। ਤੁਹਾਡੇ ਰੋਕਿਆ ਸੀ ਰੁਕਣ ਵਾਲੇ ਨਹੀਂ। ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਬਹੁਤ ਬਹੁਤ ਸ਼ੁਕਰੀਆ। ਹਾਂ, ਬਹੁਤ ਬਹੁਤ ਸ਼ੁਕਰੀਆ। ਸਮਾਂ ਇਜਾਜ਼ਤ ਨਹੀਂ ਦੇ ਰਿਹਾ।